ਤੇ ਅੱਜ ਵੀ ਸਾਥੀਓ ਖੜੇ ਆ, ਪੂਰੀ ਸਟੇਟ ਕਮੇਟੀ ਖੜੀ ਹੈ। ਜੇਕਰ ਤੁਹਾਡੇ ਨਾਲ ਅੱਜ ਖੜੇ ਆ ਤਾਂ ਜਿੰਨੀ ਦੇਰ ਤੱਕ ਸਾਥੀਓ ਆਪਣੀਆਂ ਭਰਤੀਆਂ ਕੰਪਲੀਟ ਨਹੀਂ ਹੁੰਦੀਆਂ ਤਾਂ ਪਿੱਛੇ ਹਟਣ ਵਾਲੇ ਜਿਹੜੇ ਆ ਆਪਾਂ ਵੀ ਨਹੀਂ ਹੈਗੇ। ਕਿਉਂਕਿ ਸਾਥੀਓ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਅੱਜ ਆਪਾਂ ਜਿਹੜਾ ਇਹ ਸਾਰਾ ਖਮਿਆਜਾ ਜਿਹੜਾ ਉਹ ਭੁਗਤ ਰਹੇ ਆ। ਭਰਤੀਆਂ ਆਪਣੀਆਂ ਕੋਰਟ ਦੇ ਵਿੱਚ ਲੰਮ ਗਈਆਂ, ਜਿਸ ਕਰਕੇ ਆਪਾਂ ਸਾਰੇ ਹੀ ਇੱਕ ਦੂਸਰੇ ਦੇ ਉੱਪਰ ਕੁਝ ਇਸ਼ੂਜ਼ ਲੈ ਕੇ, ਕੁਝ ਗੱਲਾਂ ਲੈ ਕੇ ਇੱਕ ਦੂਸਰੇ ਦੇ ਉੱਪਰ ਜਿਹੜਾ ਹੈ ਉਹ ਆਪਾਂ ਕਿੰਤੂ ਪਰੰਤੂ ਕਰਨਾ ਜਾਂ ਕਿਸੇ ਤਰ੍ਹਾਂ ਦਾ ਮਾਹੌਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਿਰਫ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਜਿਹੜਾ ਉਹ ਹੋ ਰਿਹਾ। ਕਿਉਂਕਿ ਰੁਜ਼ਗਾਰ ਜਿਹੜਾ 5 ਸਾਲ ਲਗਾਤਾਰ ਤੁਸੀਂ ਲੜਿਆ ਪਰ ਉਹਦੇ ਵਿੱਚ ਹਜੇ ਤੱਕ ਕੋਈ ਪ੍ਰਾਪਤੀ ਯਾਨੀ ਕਿ ਜੋਬ ਦੇ ਵਿੱਚ ਨਾ ਆਉਣ ਕਰਕੇ ਜਿਹੜਾ ਆਪਣਾ ਸੁਭਾਅ ਜਿਹੜਾ ਹੈ, ਆਪਣਾ ਜਿਹੜਾ ਗੁੱਸਾ ਹੈ ਉਹ ਸਰਕਾਰ ਦੇ ਉੱਪਰ ਜਿਹੜਾ ਆਪਣਾ ਗੁੱਸਾ ਫੁੱਟਣਾ ਹੈ ਉਹ ਅੱਜ ਜਿਹੜਾ ਹੈ ਉਹ ਕਿਸੇ ਨਾ ਕਿਸੇ ਕੋਈ ਗੱਲ ਰਾਹੀਂ ਉਹ ਆਪਣੇ ਸਾਥੀਆਂ ਦੇ ਉੱਪਰ ਹੀ ਆਪਾਂ ਜਿਹੜਾ ਹੈ ਉਹ ਗਿਲਾ ਸ਼ਿਕਵਾ ਜਿਹੜਾ ਉਹ ਕੱਢ ਰਹੇ ਆ। ਪਰ ਸਾਥੀਓ ਘਬਰਾਉਣ ਦੀ ਲੋੜ ਨਹੀਂ। ਜੇਕਰ ਆਪਾਂ 2364 ਭਰਤੀ 6635 5994 ਦਾ ਇਸ਼ਤਿਹਾਰ ਜਿਹੜਾ ਉਹ ਆਪਾਂ ਲੈ ਸਕਦੇ ਆ ਤਾਂ ਆਪਾਂ ਇਹਨਾਂ ਨੂੰ ਕੰਪਲੀਟ ਵੀ ਕਰਵਾ ਸਕਦੇ ਆ। ਤਾਂ ਸਾਥੀਓ ਅੱਜ ਤੁਹਾਡੇ ਨਾਲ ਲਾਈਵ ਹੋਣ ਦਾ ਜਿਹੜਾ ਮਕਸਦ ਸੀਗਾ ਕਿ ਕਾਫੀ ਸਮੇਂ ਤੋਂ ਤੁਹਾਡੇ ਨਾਲ ਜਿਹੜੀ ਉਹ ਗੱਲਬਾਤ ਜਿਹੜੀ ਉਹ ਸਾਡੀ ਨਹੀਂ ਹੋ ਸਕੀ। ਖਾਸ ਕਰਕੇ ਸਾਥੀਓ ਦੱਸ ਦਈਏ ਤੁਹਾਨੂੰ ਕਿ ਅਸੀਂ ਵੀ ਚੰਡੀਗੜ੍ਹ ਜਦੋਂ ਗਏ ਸੀਗੇ ਤਾਂ ਲਾਈਵ ਹੋ ਕੇ ਜੋ ਪ੍ਰੋਸੈਸ ਸੀਗਾ ਆਪਣਾ ਵਕੀਲਾਂ ਨਾਲ ਜਾਂ ਡਿਪਾਰਟਮੈਂਟ ਦੇ ਵਿੱਚ ਜਾ ਕੇ ਜੋ ਆਪਾਂ ਗੱਲਾਂ ਕਰੀਆਂ ਸੀਗੀਆਂ ਉਹ ਤੁਹਾਡੇ ਤੱਕ ਪਹੁੰਚਾਇਆ ਸੀਗਾ। ਉਸ ਤੋਂ ਬਾਅਦ ਆਪਣੀ ਜਦੋਂ ਹੀਅਰਿੰਗ ਸੀਗੀ 10 ਫਰਵਰੀ ਦੀ ਤਾਂ ਉਸ ਤੋਂ 2 ਦਿਨ ਪਹਿਲਾਂ ਹੀ ਆਪਣੇ ਸਾਥੀ ਪੂਰੀ ਟੀਮ ਜਿਹੜੀ ਹੈ ਸਟੇਟ ਕਮੇਟੀ ਮੈਂਬਰ ਪਹੁੰਚੇ ਹੋਏ ਸੀਗੇ। ਤਾਂ ਆਪਣੇ ਸਾਥੀਆਂ ਨੇ ਵੀ ਸੁਰਿੰਦਰ ਵੀਰ, ਨਿਰਮਲ ਜੀਰਾ, ਰਾਜ ਸੁਖਵਿੰਦਰ ਤੇ ਨਾਲ ਹੋਰ ਵੀ ਸਾਥੀ ਜਿਹੜੇ ਆਪਣੇ ਗਏ ਹੋਏ ਸੀਗੇ, ਕੁਲਦੀਪ ਖੋਖਰ ਹਰੀ, ਬਾਕੀ ਸਟੇਟ ਕਮੇਟੀ ਮੈਂਬਰ ਵੀ ਨਾਲ ਹੀ ਮੌਜੂਦ ਸਨ। ਤਾਂ ਉਹਨਾਂ ਨੇ ਤੁਹਾਨੂੰ ਸਾਰਾ ਕੁਝ ਲਾਈਵ ਹੋ ਕੇ ਜੋ 10 ਤਰੀਕ ਦੀ ਹੀਅਰਿੰਗ ਸੀਗੀ ਉਸ ਬਾਰੇ ਤੁਹਾਨੂੰ ਦੱਸਿਆ। ਤਾਂ ਸਾਥੀਓ ਆਪਾਂ ਗੱਲ ਕਰੀਏ ਕਿ ਬਹੁਤ ਸਾਰੇ ਜਿਹੜੇ ਆ ਸਵਾਲ ਆ ਰਹੇ ਨੇ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਸਟੇ ਕਿਉਂ ਨਹੀਂ ਟੁੱਟ ਰਿਹਾ, ਜਾਂ ਹਾਈ ਮੈਰਿਟ ਵਾਲਿਆਂ ਨੂੰ ਜੁਆਇਨ ਜਾਂ ਉਹਨਾਂ ਨੂੰ ਆਫਰ ਲੈਟਰ ਜਿਹੜੇ ਆ ਉਹ ਯੂਨੀਅਨ ਕਿਉਂ ਨਹੀਂ ਦਵਾ ਸਕੀ। ਉਹਨਾਂ ਨੂੰ ਆਫਰ ਲੈਟਰ ਜਿਹੜੇ ਆ ਉਹ ਦਵਾਉਣੇ ਚਾਹੀਦੇ ਆ। ਤਾਂ ਸਾਥੀਓ ਤੁਹਾਡੇ ਸਾਹਮਣੇ ਹੀ ਹੈ 2364 ਵੀ ਆਪਣੀ ਪੋਸਟ, ਕਿਉਂਕਿ ਇਹ ਇਕੱਲੇ ਐਡਵੋਕੇਟ ਜਾਂ ਸਾਡੇ ਵਰਗੇ ਸਟੇਟ ਕਮੇਟੀ ਮੈਂਬਰ ਉਹ ਆਪਦਾ ਪੱਖ ਰੱਖ ਸਕਦੇ ਨੇ ਜੱਜ ਦੇ ਅੱਗੇ, ਜਾਂ ਅਸੀਂ ਆਪਦਾ ਪੱਖ ਜਿਹੜਾ ਹੈ ਯੂਨੀਅਨ ਦਾ ਉਹ ਅਸੀਂ ਡਿਪਾਰਟਮੈਂਟ ਦੇ ਅੱਗੇ ਰੱਖ ਸਕਦੇ ਹਾਂ। ਐਡਵੋਕੇਟ ਜਿਹੜਾ ਹੈ ਉਹ ਆਪਦਾ ਪੱਖ ਜਿਹੜਾ ਹੈ ਉਹ ਜੱਜ ਦੇ ਅੱਗੇ ਰੱਖ ਸਕਦਾ ਹੈ, ਜਾਂ ਡਿਪਾਰਟਮੈਂਟ ਜਿਹੜਾ ਉਹ ਜਿਹੜਾ ਆਪਣਾ ਸਰਕਾਰੀ ਵਕੀਲ ਹੈ ਉਹ ਜਾ ਕੇ ਜੱਜ ਦੇ ਅੱਗੇ ਆਪਦਾ ਪੱਖ ਜਿਹੜਾ ਹੈ ਉਹ ਰੱਖ ਸਕਦਾ ਹੈ। ਤਾਂ ਸਾਥੀਓ ਦੱਸ ਦਈਏ ਕਿ 10 ਫਰਵਰੀ ਨੂੰ ਵੀ ਜੋ ਵੀ ਸਟੇ ਤੜਾਉਣ ਦੀ ਪੂਰੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀਗੀ, ਪਰੰਤੂ ਤੁਸੀਂ ਉਹ ਲਾਈਵ ਸਾਰਾ ਦੇਖਿਆ ਹੈ ਕਿ ਜਿਹਦੇ ਵਿੱਚ ਜੱਜ ਸਾਹਿਬ ਨੇ NCT ਵੱਲੋਂ ਜਿਹੜੇ ਆਏ ਹੋਏ ਉਹ ਐਡਵੋਕੇਟ ਨਾਲ ਗੱਲਬਾਤ ਕਰੀ ਸੀਗੀ। ਉਹਨਾਂ ਨੂੰ ਕਿਹਾ ਸੀਗਾ ਵੀ ਤੁਹਾਡਾ ਜਵਾਬ ਜਿਹੜਾ ਉਹ ਸਾਡੇ ਤੱਕ ਹਜੇ ਤੱਕ ਰਿਪਲਾਈ ਜਿਹੜਾ ਉਹ ਨਹੀਂ ਪਹੁੰਚਿਆ। ਤਾਂ ਉਹਨਾਂ ਵੱਲੋਂ ਇਹ ਸੀਗਾ ਕਿ 22 ਫਰਵਰੀ ਦੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਹੀਅਰਿੰਗ ਹੈ ਉਸ ਤੋਂ ਬਾਅਦ ਹੀ ਤੁਹਾਨੂੰ ਰਿਪਲਾਈ ਜਿਹੜਾ ਹੈ ਉਹ ਦੇ ਦਿੱਤਾ ਜਾਊਗਾ। ਹੁਣ ਸਾਥੀਓ ਆਪਾਂ ਗੱਲ ਕਰੀਏ ਕਿ ਇਕੱਲੇ ਹਾਈ ਕੋਰਟ ਦੇ ਵਿੱਚ ਹੀ ਸਟੇ ਨਹੀਂ ਲੱਗਿਆ ਹੋਇਆ,
ਤੁਹਾਨੂੰ ਇਹ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਜਿਸ ਤਰੀਕੇ ਦੇ ਨਾਲ ਆਪਾਂ ਮੈਦਾਨੀ ਜੰਗ ਲੜੀ ਹੈ ਉਸੇ ਤਰੀਕੇ ਦੇ ਨਾਲ ਹੀ ਹੁਣ ਜੇਕਰ ਆਪਾਂ ਬੀਐਡ ਨੂੰ ਬਾਹਰ ਕਰਾਉਣਾ ਹੈ ਤਾਂ ਰਾਜਸਥਾਨ ਦੇ ਸਾਥੀਆਂ ਦੇ ਨਾਲ ਸਾਥ ਦੇ ਕੇ ਸੁਪਰੀਮ ਕੋਰਟ ਦੇ ਵਿੱਚ ਆਪਾਂ ਨੂੰ ਜਿਹੜੀ ਹੈ ਕਾਨੂੰਨੀ ਲੜਾਈ ਜਿਹੜੀ ਹੈ ਉਹ ਲੜਨੀ ਪੈਣੀ ਹੈ। ਤਾਂ ਸਾਥੀਓ ਤਾਂ ਹੋ ਸਕਦਾ ਹੈ ਜੇਕਰ ਤੁਹਾਡਾ ਸਾਥ ਹੋਏਗਾ ਤਾਂ। ਤੁਹਾਨੂੰ ਸਭ ਨੂੰ ਪਤਾ ਹੈ ਕਿ 22 ਫਰਵਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਹੀਅਰਿੰਗ ਹੈ। ਸੋ ਰਾਜਸਥਾਨ ਵਾਲੇ ਆਪਣੇ ਸਾਥੀਆਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ। ਬਸ ਪ੍ਰੋਬਲਮ ਆ ਰਹੀ ਹੈ ਤਾਂ ਫੰਡ ਦੀ। ਤੁਹਾਨੂੰ ਦੱਸ ਦਈਏ ਕਿ ਆਪਾਂ ਵੀ ਜਿਹੜੇ ਅਲੱਗ-ਅਲੱਗ ਵਕੀਲ ਕਰੇ ਹੋਏ ਨੇ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਸਾਥੀਓ ਫੰਡ ਜਿਹੜਾ ਹੈ ਉਹ ਦੇ ਚੁੱਕੇ ਹਾਂ। ਤੁਹਾਡੇ ਸਾਹਮਣੇ ਨਿਰਮਲ ਜੀਰਾ ਨੇ ਵੀ ਟੋਟਲੀ ਫੰਡ ਜਿਹੜਾ ਹੈ ਉਹ ਤੁਹਾਨੂੰ ਦੱਸਿਆ ਤੇ ਜਿੰਦੇ ਵਿੱਚੋਂ ਕੁਝ ਕੁ ਪੇਮੈਂਟ ਜਿਹੜੀ ਹੈ ਉਹ ਆਪਣੇ ਕੋਲ ਹੈਗੀ ਹੈ। ਪਰ ਹੁਣ ਸਾਥੀਓ ਇੱਕ ਗੱਲ ਤੁਹਾਡੇ ਅੱਗੇ ਰੱਖ ਦਈਏ ਕਿ ਆਪਾਂ ਨੂੰ ਫੰਡ ਦੀ ਕੋਈ ਥੋੜੀ ਨਹੀਂ ਬਹੁਤ ਜ਼ਿਆਦਾ ਫੰਡ ਦੀ ਜਿਹੜੀ ਜ਼ਰੂਰਤ ਹੈ। ਤਕਰੀਬਨ 15 ਤੋਂ 20 ਲੱਖ ਰੁਪਈਆ ਜਿਹੜਾ ਉਹ ਆਪਾਂ ਨੂੰ ਚਾਹੀਦਾ ਹੈ। ਕਿਉਂਕਿ ਤੁਹਾਨੂੰ ਇੱਕ ਗੱਲ ਇਹ ਕਹਿ ਦਿਆਂ ਸਾਥੀਓ ਕਿ ਰਾਜਸਥਾਨ ਪੈਸਿਆਂ ਦੀ ਤੇ ਸਾਥੀਓ ਦੂਜੀ ਗੱਲ ਜੇਕਰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਾਰਟੀ ਬਣਿਆ ਜਾਂਦਾ ਹੈ ਈਟੀਟੀ ਵੱਲੋਂ ਤਾਂ ਆਪਾਂ ਨੂੰ ਉਸ ਦਾ ਬਹੁਤ ਹੀ ਵਧੀਆ ਜਿਹੜਾ ਉਹ ਬੈਨੀਫਿਟ ਮਿਲੂਗਾ। ਤਾਂ ਸਾਥੀਓ ਤੁਹਾਨੂੰ ਦੱਸ ਦਈਏ ਕਿ ਆਪਾਂ ਨੂੰ ਤਕਰੀਬਨ 15 ਤੋਂ 20 ਲੱਖ ਰੁਪਏ ਦੀ ਜਿਹੜੀ ਹੈ ਹੋਰ ਜ਼ਰੂਰਤ ਹੈ। ਉਹ ਸਾਥੀਓ ਆਪਾਂ ਤਾਂ ਹੀ ਜ਼ਰੂਰਤ ਨੂੰ ਆਪਾਂ ਸਾਥੀਓ ਤਾਂ ਹੀ ਪੂਰੀ ਕਰ ਪਾਵਾਂਗੇ ਜੇਕਰ ਆਪਾਂ ਇਕੱਤਰ ਹੋ ਕੇ ਚੱਲਾਂਗੇ। ਮਨ ਦੇ ਵਿੱਚੋਂ ਆਪਦੇ ਸ਼ੰਕਿਆਂ ਨੂੰ ਬਾਹਰ ਕੱਢ ਕੇ ਕੋਈ ਵੀ ਗਿਲੇ ਸ਼ਿਕਵੇ ਹੈਗੇ ਨੇ ਉਸ ਨੂੰ ਬਾਹਰ ਕੱਢ ਕੇ ਜੇਕਰ ਹੁਣ ਐਂਡ ਵਾਲੀ ਲੜਾਈ ਹੈ ਤਾਂ ਉਹ NCT ਦੇ ਰੂਲਾਂ ਨੂੰ ਰੱਦ ਕਰਵਾਉਣ ਦੀ ਜਿਹੜੀ ਹੈ ਉਹ ਲੜਾਈ ਹੈ। ਉਹ ਸਾਥੀਓ ਲੜਾਈ ਨੂੰ ਅਗਰ ਆਪਾਂ ਜਿੱਤਣਾ ਹੈ ਤਾਂ ਆਪਾਂ ਨੂੰ ਇਸ ਟਾਈਮ ਮੋਢੇ ਨਾਲ ਮੋਢਾ ਜੋੜ ਕੇ ਫੰਡ ਦੀ ਜਿਹੜੀ ਹੈ ਉਹ ਜ਼ਰੂਰਤ ਜਿਹੜੀ ਹੈ ਉਸ ਨੂੰ ਪੂਰਾ ਕਰਨਾ ਹੈ। ਤਾਂ ਇੱਥੇ ਗੱਲ ਤੁਹਾਨੂੰ ਦੱਸ ਦਈਏ ਕਿ ਇੱਕ ਵਿਸ਼ਵਾਸ ਦੀ ਗੱਲ ਹੁੰਦੀ ਹੈ। ਜੇਕਰ 5 ਸਾਲ ਤੁਸੀਂ ਸਾਡੇ ਤੇ ਵਿਸ਼ਵਾਸ ਕਰਿਆ ਤਾਂ ਆਪਾਂ ਦੇਖੋ ਕਿੰਨਾ ਤੱਕ ਸਾਰੇ ਤੁਹਾਡੇ ਸਾਥ ਦੇ ਨਾਲ ਭਰਤੀਆਂ ਲੈ ਕੇ ਆਏ। ਤਾਂ ਹੁਣ ਕੀ ਹੈ, ਹੁਣ ਕਾਨੂੰਨੀ ਲੜਾਈ ਹੈ। ਸਾਥੀਓ ਵਿਸ਼ਵਾਸ ਕਰੋ ਫੰਡ ਦੀ ਕਿਤੇ ਵੀ ਕੋਈ ਦੁਰਵਰਤੋਂ ਜਿਹੜੀ ਹੈ ਉਹ ਨਹੀਂ ਕੀਤੀ ਜਾਊਗੀ। ਤਾਂ ਹਰੇਕ ਫੰਡ ਦਾ ਜਿਹੜਾ ਉਹ ਤੁਹਾਡੇ ਤੱਕ ਜਿਹੜਾ ਹਿਸਾਬ ਜਿਹੜਾ ਹੈ ਉਹ ਤੁਹਾਨੂੰ ਦਿੱਤਾ ਜਾਊਗਾ। ਸਾਥੀਓ ਇੱਕ ਗੱਲ ਮੈਂ ਕਹਿ ਦਿਆਂ ਕਿ ਆਪਾਂ ਨੂੰ ਹਰ ਹਾਲਤ ਵਿੱਚ ਆਖਰੀ ਲੜਾਈ ਜਿਹੜੀ ਹੈ ਉਹ NCT ਦੇ ਜਿਹੜੇ ਰੂਲਾਂ ਨੂੰ ਜਿੰਨੀ ਦੇਰ ਤੱਕ ਆਪਣਾ ਹੱਲ ਨਹੀਂ ਹੁੰਦਾ। ਤਾਂ ਸਾਥੀਓ ਤੁਹਾਨੂੰ ਹੋਰ ਦੱਸ ਦਈਏ ਕਿ 2364 ਪੋਸਟ ਦਾ ਜਿਹੜਾ ਹੈ ਉਸ ਦੇ ਲਈ ਐਡਵੋਕੇਟ ਜਿਹੜਾ ਹੈ ਉਹ ਆਪਾਂ ਕਰ ਚੁੱਕੇ ਹਾਂ ਭਰਤੀ ਨੂੰ ਬਹਾਲ ਕਰਾਉਣ ਦੇ ਲਈ, ਜਿਹਦੇ ਵਿੱਚ ਸਾਥੀਓ ਘੱਟੋ ਘੱਟ ਵੀ 3.25 ਲੱਖ ਰੁਪਏ ਦੀ ਜਿਹੜੀ ਹੈ ਉਹਦੇ ਵਿੱਚ ਆਪਾਂ ਨੂੰ ਜ਼ਰੂਰਤ ਹੈ। ਤਾਂ ਹਾਈ ਕੋਰਟ ਦੇ ਵਿੱਚ ਵੀ ਆਪਾਂ ਕਾਨੂੰਨੀ ਲੜਾਈ ਲੜਨੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਵੀ। ਹੁਣ ਇਕੱਲੇ ਹਾਈ ਕੋਰਟ ਦੇ ਲਈ ਨਹੀਂ, ਹੁਣ ਦੋ ਤਰਫੀ ਜਿਹੜੀ ਹੈ ਉਹ ਆਪਣੀ ਲੜਾਈ ਜਿਹੜੀ ਉਹ ਚੱਲ ਰਹੀ ਹੈ ਕਾਨੂੰਨੀ ਲੜਾਈ। ਤਾਂ ਸਾਥੀਓ ਇਹ ਐਂਡ ਵਾਲਾ ਟਾਈਮ ਹੈ ਤੇ ਆਪਾਂ ਇਹ ਜੰਗ ਜਿਹੜੀ ਹੈ ਉਹ ਜ਼ਰੂਰ ਜਿੱਤਣੀ ਹੈ। 2364 ਪੋਸਟ ਜਿਹੜੀ ਹੈ ਉਹ ਬਹਾਲ ਕਰਾਉਣੀ ਹੈ। 6635
ਦੇ ਉੱਪਰ ਸਟੇ ਜਿਹੜਾ ਲੱਗਿਆ ਹੋਇਆ ਹੈ ਉਹ ਤੜਾਉਣਾ ਹੈ। ਜੇਕਰ ਐਨਸੀਟੀ ਦੇ ਰੂਲ ਰਾਜਸਥਾਨ ਦੇ ਤਰ੍ਹਾਂ ਜੋ ਜੋਧਪੁਰ ਹਾਈ ਕੋਰਟ ਦੇ ਵਿੱਚ ਰੂਲਾਂ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਹੈ, ਤਾਂ ਉਸੇ ਬਿਹੇਵ ਤੇ ਹੀ ਆਪਾਂ ਸੁਪਰੀਮ ਕੋਰਟ ਦੇ ਵਿੱਚ ਵੀ ਉਹਨਾਂ ਰੂਲਾਂ ਨੂੰ ਰੱਦ ਕਰਵਾ ਕੇ ਤਾਂ ਆਪਣੀਆਂ ਭਰਤੀਆਂ ਜਿਹੜੀਆਂ ਨੇ ਉਹਨਾਂ ਨੂੰ ਕੰਪਲੀਟ ਕਰਵਾਉਣਾ ਹੈ, ਜਿੰਦੇ ਵਿੱਚ ਆਪਣੀ 994 ਜਿਹੜੀ ਭਰਤੀ ਹੈਗੀ ਹੈ ਸਾਥੀਓ, ਉਹ ਉਸ ਦਾ ਇਸ਼ਤਿਹਾਰ ਤੁਹਾਨੂੰ ਸਭ ਨੂੰ ਪਤਾ ਕਿ ਆ ਚੁੱਕਿਆ ਹੈ। ਪਰ ਗੱਲ ਇਹ ਹੈ ਸਾਥੀਓ ਕਿ ਜਿੰਨੀ ਦੇਰ ਤੱਕ ਆਨਲਾਈਨ ਜਿਹੜਾ ਫਾਰਮ ਜਿਹੜਾ ਹੈ ਅਪਲਾਈ ਨਹੀਂ ਹੁੰਦਾ, ਉਨੀ ਦੇਰ ਤੱਕ ਸਾਥੀਓ ਆਪਾਂ ਨੂੰ ਘਰਾਂ ਦੇ ਵਿੱਚ ਬੈਠਣਾ ਨਹੀਂਗਾ। ਹਰ ਪੱਖ ਤੋਂ ਲੜਾਈ ਜਿਹੜੀ ਹੈ ਉਹ ਲੜਦੀ ਹੈ। ਤਾਂ ਸਾਥੀਓ ਮੈਂ ਤੁਹਾਨੂੰ ਦੱਸ ਦਿਆਂ ਕਿ 2364 ਪੋਸਟ ਦੇ ਲਈ ਸ਼ੁਰੂਆਤ ਜਿਹੜੀ ਹੈ ਉਸਦੀ ਕਰ ਦਿੱਤੀ ਗਈ ਹੈ। ਫਾਈਲ ਜਿਹੜੀ ਹੈ ਉਹ ਤਿਆਰ ਹੋ ਚੁੱਕੀ ਹੈ ਆਪਣੀ, ਤਾਂ ਅੱਧੀ ਪੇਮੈਂਟ ਜਿਹੜੀ ਹੈ ਉਹ ਆਪਾਂ ਦੇ ਚੁੱਕੇ ਹਾਂ, ਪਰ ਹਜੇ ਵੀ ਜਿਹੜੀ ਪੌਣੇ 2 ਲੱਖ ਦੇ ਕਰੀਬ ਜਿਹੜੀ ਹੈ ਪੇਮੈਂਟ ਉਹ ਵੀ ਆਪਣੀ ਪੈਂਡਿੰਗ ਹੈ, ਉਹ ਆਪਾਂ ਦੇਣੀ ਹੈ। ਤਾਂ ਸਾਥੀਓ ਇੱਥੇ ਤੁਹਾਨੂੰ ਦੱਸ ਦਈਏ ਕਿ ਆਪਣਾ ਜਿਹੜਾ ਈਟੀਟੀ ਯੂਨੀਅਨ ਦਾ ਅਕਾਊਂਟ ਜਿਹੜਾ ਚੱਲ ਰਿਹਾ ਪਹਿਲੇ ਹੀ ਨਿਰਮਲ ਜੀਰੇ ਦੇ ਨਾਮ ਤੇ, ਤਾਂ ਸਾਥੀਓ ਇਸ ਅਕਾਊਂਟ ਦੇ ਵਿੱਚ ਵੱਧ ਤੋਂ ਵੱਧ ਜਿਹੜੀ ਹੈ ਤੁਸੀਂ ਫਾਈਨੈਂਸ਼ੀਅਲੀ ਜਿਹੜੀ ਹੈ ਮਦਦ ਜ਼ਰੂਰ ਕਰੋ। ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਤੁਸੀਂ